श्री गुरु गोबिंद सिंह महाराज जी ਵੱਲੋਂ ਵਰਸਾਇਆ ਹੋਇਆ ਅਮੀਰ ਵਿਰਸਾ ਕਵੀਸ਼ਰੀ ਕਲਾ ਦੇ ਨਾਲ ਜੁੜਿਆ ਹੋਇਆ ਅੱਜ ਦਾ ਐਪੀਸੋਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਦਾਸ ਢਾਡੀ ਬਲਬੀਰ ਸਿੰਘ ਪਾਰਸ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਸਿੱਖ ਕੌਮ ਦਾ ਮਾਣ ਔਰ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਵਰਸਾਏ ਹੋਏ ਹਜ਼ੂਰੀ ਕਵੀਸ਼ਰ ਭਾਈ ਗੁਰਜੰਟ ਸਿੰਘ ਜੀ ਬੈਂਕਾ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਜੀ। ਸਾਡੇ ਸਟੂਡੀਓ ਵਿੱਚ ਪਹੁੰਚਣ ਤੇ ਜੀਓ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕਰਕੇ ਕਵੀ ਸਾਜੇ 52 ਕਵੀਆਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਜੀ। ਔਰ ਮੈਂ ਇੱਕ ਦਿਨ ਪੜ੍ਹਿਆ ਸੀ 52 ਤੋਂ ਵੀ ਜ਼ਿਆਦਾ ਗਿਣਤੀ ਕਵੀਆਂ ਦੀ ਬਣਦੀ ਹੈ ਜੀ। ਕਵੀ ਸਾਜੇ ਔਰ ਕਵੀਆਂ ਤੋਂ ਬਾਅਦ ਕਵੀਸ਼ਰੀ ਕਲਾ ਵੱਲ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਪਰਉਪਕਾਰ ਕਰਕੇ ਸਾਡੇ ਉੱਤੇ ਬਖਸ਼ਿਸ਼ ਕਰਕੇ ਇਸ ਕਲਾ ਨੂੰ ਨਵਾਜਿਆ, ਇਹਦੇ ਬਾਰੇ ਜ਼ਰੂਰ ਸੰਗਤ ਨਾਲ ਚਾਨਣਾ ਪਾਓ। ਮੈਂ ਸਮਝਦਾ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਰਹਿਮਤ ਹੈ, ਇਹ ਬਖਸ਼ਿਸ਼ ਹੈ। ਜਿਹੜੇ ਕਵੀਆਂ ਦੇ ਉੱਪਰ ਵਧੇਕ ਰਹਿਮਤ ਬਖਸ਼ਿਸ਼ ਉਹ ਆਪਣੀ ਕਵਿਤਾ ਨੂੰ ਗਾਇਨ ਕਰਕੇ ਸੁਣਾਉਂਦੇ ਸੀ। ਸੋ ਕਵੀ ਜਿਵੇਂ ਅੱਜ ਵੀ ਆਪਾਂ ਕਵੀ ਜਨਾਂ ਦੀਆਂ ਕਵਿਤਾਵਾਂ ਸੁਣਦੇ ਹਾਂ ਜੀ, ਤਾਂ ਆਪਣੇ ਵਾਰਤਕ ਲਹਿਜ਼ੇ ਦੇ ਵਿੱਚ ਤਾਂ ਜਿਹੜੇ ਕੁਝ ਸ੍ਰੇਸ਼ਟ ਕਵੀ ਤੇ ਕਵੀ ਦੇ ਨਾਲ ਪਲੱਸ ਸਰ ਸ਼ਬਦ ਲੱਗਾ। ਬਿਲਕੁਲ। ਸਰ ਦਾ ਅਖਰੀ ਅਰਥ ਸ੍ਰੇਸ਼ਟ। ਵਾਹ। ਉਹਨਾਂ ਕਵੀਆਂ ਦੇ ਵਿੱਚੋਂ ਉਹ ਸ੍ਰੇਸ਼ਟ ਕਵੀ ਮੰਨੇ ਜਾਂਦੇ ਸੀ ਜਿਹੜੀ ਆਪਣੀ ਕਵਿਤਾ ਨੂੰ ਗਾਇਨ ਕਰਕੇ ਸੁਣਾਉਂਦੇ ਸੀ, ਇੱਕ ਕੰਪੋਜੀਸ਼ਨ ਦੇ ਕੇ, ਕਿਸੇ ਲਹਿਜੇ ਵਿੱਚ, ਹਾਂ, ਤਾਲ ਵਿੱਚ, ਤਾਲ ਦੇ, ਹਾਂ ਬਿਲਕੁਲ, ਇੱਕ ਲਹਿਜ਼ੇ ਦੇ ਵਿੱਚ ਗਾਉਣ ਵਾਲੇ, ਸੋ ਗਾਇਨ ਸ਼ੈਲੀ ਦੇ ਵਿੱਚ ਗਾਉਣ ਵਾਲੇ ਉਹ ਸ੍ਰੇਸ਼ਟ ਕਵੀ ਅਖਵਾਉਣ ਲੱਗੇ। ਉਸ ਸਮੇਂ ਦੇ ਨਾਲ ਦੋ ਕਵੀ ਆਪਣੀ ਕਵਿਤਾ ਨੂੰ ਇਕੱਠਿਆਂ ਗਾਇਨ ਕਰਨ ਲੱਗੇ ਤਾਂ ਕਵੀ ਤੋਂ ਇਹ ਕਵੀਸ਼ਰ ਪਦ ਹੋਂਦ ਦੇ ਵਿੱਚ ਆਇਆ। ਵੈਸੇ ਕਵੀਸ਼ਰ ਸ਼ਬਦ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਵਾਸਤੇ ਆਪਣੀ ਬਾਣੀ ਦੇ ਵਿੱਚ ਵਰਤਿਆ। ਵਾਹ ਵਾਹ। ਸੋ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਸ਼ਰ ਕਹਿ ਕੇ ਸੰਬੋਧਨ ਕੀਤਾ। ਬਹੁਤ ਥਾਵਾਂ ਤੇ ਇਹ ਸ਼ਬਦ ਮਿਲਦਾ ਹੈ। ਵਾਹ। ਇਮ ਸ਼ਾਮ ਕਬੀਸ਼ਰ ਗਾਵਤ ਹੈ ਜਾਂ ਕਬੀਸ਼ਵਰ ਕੇ ਮਨ ਮੈਂ ਇਉਂ ਆਈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਵਾਸਤੇ ਇਹ ਸ਼ਬਦ ਜਾਂ ਕਬ ਬਾਚ ਕਵਿਓ ਬਾਚ, ਇਹਦਾ ਅਰਥ ਵੀ ਇਹ ਵੀ ਕਵੀ ਇਸ ਤਰ੍ਹਾਂ ਕਹਿੰਦਾ ਹੈ। ਵਾਹ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਕਵੀ ਕਹਿੰਦੇ। ਗੁਰਦੇਵ ਨੇ ਕਵੀਸ਼ਰ ਸ਼ਬਦ ਵੀ ਆਪਣੀ ਬਾਣੀ ਦੇ ਵਿੱਚ ਆਪਣੇ ਆਪ ਨੂੰ ਸੰਬੋਧਨ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਵੀ ਭਾਈ ਗੁਰਦਾਸ ਜੀ ਉਹਨਾਂ ਦੀ 8ਵੀਂ ਵਾਰ ਦੀ 9ਵੀਂ ਪੌੜੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕੇਤੇ ਲੱਖ ਕਵੀਸ਼ਰਾ ਸੋ ਬ੍ਰਹਮ ਭਾਟ ਬ੍ਰਹਮਾਓ ਬਖੋਏ। ਬਿਲਕੁਲ। ਰੱਬ ਦੀ ਬ੍ਰਹਮ ਦੀ ਗੱਲ ਕਰਨ ਵਾਲਿਆਂ ਦੇ ਵਿੱਚ ਕਵੀਸ਼ਰ ਸ਼ਬਦ ਵੀ ਆਉਂਦਾ ਹੈ। ਇਹਦਾ ਮਤਲਬ ਕਵੀਆਂ ਤੋਂ ਪਹਿਲਾਂ ਹੀ ਕਵੀਸ਼ਰ ਸ਼ਬਦ ਜਿਹੜਾ ਉਹ ਤਿਆਰ ਹੋ ਗਿਆ। ਜੀ ਜੀ। ਕਵੀਆਂ ਦੇ ਮਾਣ ਬਖਸ਼ਿਸ਼ ਕਰਦਿਆਂ ਗੁਰੂ ਸਾਹਿਬ ਜੀ ਨੇ ਕਵੀਸ਼ਰੀ ਹੋਂਦ ਵਿੱਚ ਲਿਆਂਦੀ। ਜਿਵੇਂ ਆਪ ਜੀ ਨੇ ਦੱਸਿਆ ਕਿ ਜੋਟੀ ਵਿੱਚ ਗਾਉਣ ਵਾਲੇ ਜਾਂ ਕਿਸੇ ਕਾਵਿ ਸ਼ੈਲੀ ਨੂੰ ਤਰਜ ਦੇ ਕੇ ਜਾਂ ਨੂੰ ਕਿਸੇ ਤਾਲ ਵਿੱਚ ਗਾਉਣ ਵਾਲਿਆਂ ਨੂੰ ਕਵੀਸ਼ਰ ਕਿਹਾ ਜਾਂਦਾ। ਸ੍ਰੇਸ਼ਟ ਕਵੀਸ਼ਰ ਕਿਹਾ ਗਿਆ। ਪਾਉਂਟਾ ਸਾਹਿਬ ਦੀ ਧਰਤੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਲਾ ਨੂੰ ਨਵਾਜਿਆ ਜੀ। ਔਰ ਭਾਰਤ ਵਿੱਚੋਂ ਦੀ ਲੰਘਦੀ ਹੋਈ ਇਹ ਕਵੀਸ਼ਰੀ ਕਲਾ, ਕਿਉਂਕਿ ਕੁਝ ਵਿਚਾਰਾਂ ਪਹਿਲਾਂ ਵਿਦਵਾਨਾਂ ਨਾਲ ਹੋ ਚੁੱਕੀਆਂ ਨੇ, ਮਾਝੇ ਵਿੱਚ ਕਵੀਸ਼ਰੀ ਕਿਵੇਂ ਆਈ ਜੀ। ਅੱਜ ਦੇ ਯੁੱਗ ਵਿੱਚ ਇਸ ਕਵੀਸ਼ਰੀ ਨੂੰ ਕਿਸ ਮੁਕਾਮ ਤੇ ਦੇਖਦੇ ਹੋ? ਅੱਜ ਕਵੀਸ਼ਰੀ ਬਹੁਤ ਬੁਲੰਦੀਆਂ ਤੇ ਹੈ ਜੀ। ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਸਾਡੇ ਗੁਰਸਿੱਖ ਵੀਰ ਗਏ ਜੀ, ਉਹਨਾਂ ਨੇ ਵੀ ਇਸ ਕਵੀਸ਼ਰੀ ਕਲਾ ਨੂੰ ਪ੍ਰਮੋਟ ਕਰਨ ਦੇ ਵਾਸਤੇ ਵੱਡੇ ਉਦਮ ਕੀਤੇ। ਔਰ ਸਾਡੇ ਕਵੀਸ਼ਰ ਸਿੰਘਾਂ ਨੂੰ, ਕਵੀਸ਼ਰ ਜਥਿਆਂ ਨੂੰ ਉਹ ਉੱਧਰ ਬੁਲਾਉਂਦੇ ਆ। ਔਰ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਗੁਰੂਆਂ ਦਾ ਜਸ, ਕਿਉਂਕਿ ਇਸ ਭਾਗ ਤਾਂ ਸਾਨੂੰ ਹੀ ਮਿਲਿਆ ਨਾ। ਬਹੁਤ ਸਾਰੇ ਧਰਮ ਸਾਰੇ ਹੀ ਸਤਿਕਾਰਯੋਗ ਹੈ। ਬਿਲਕੁਲ। ਧਰਮ ਤਾਂ ਕੋਈ ਵੀ ਬੁਰਾ ਨਹੀਂ, ਧਰਮ ਤਾਂ ਜੀਵਨ ਜਾਚ ਸਿਖਾਉਂਦਾ ਹੈ। ਵਾਹ। ਪਰ ਸਾਡੇ ਕੋਲੇ ਜਿਹੜਾ ਧਰਮ ਹੈ ਨਾ, ਇਹਦੇ ਅੰਦਰ ਗਿਆਨੀ ਜੀ ਆਪ ਗਿਆਤ ਰੱਖਦੇ ਆਪ ਤਾਂ ਆਪ ਯੋਧਿਆਂ ਦੀਆਂ ਵਾਰਾਂ ਆਪਣੇ ਢਾਡੀ ਜਥੇ ਦੁਆਰਾ ਸਰਵਣ ਕਰਵਾਉਣੇ ਹੋ ਸੰਗਤਾਂ ਨੂੰ। ਸੋ ਇਹ ਸਾਨੂੰ ਹੀ ਸੁਭਾਗ ਹੈ ਵੀ ਅਸੀਂ ਆਪਣੇ ਯੋਧਿਆਂ ਦਾ, ਸੂਰਬੀਰਾਂ ਦਾ, ਗੁਰੂਆਂ ਦਾ ਜਸ ਸਟੇਜਾਂ 'ਤੇ ਬੋਲ ਕੇ ਸੁਣਾਉਂਦੇ ਹਾਂ ਅਤੇ ਇਹਦੇ ਵਾਰਸ ਚੌਂਕੜੇ ਸਜਾ ਕੇ ਸਰਵਣ ਕਰਦੇ ਹਨ। ਤਾਂ ਮੈਂ ਸਮਝਦਾ ਹਾਂ ਅੱਜ ਦੇ ਯੁੱਗ ਦੇ ਅੰਦਰ ਕਵੀਸ਼ਰੀ ਬਹੁਤ ਵੱਡੀਆਂ ਮੱਲਾਂ ਮਾਰ ਰਹੀ ਹੈ। ਸੋ ਇਹਨਾਂ ਚੈਨਲਾਂ ਦੁਆਰਾ ਕਵੀਸ਼ਰੀ ਦੀ ਗੱਲ ਹੋ ਰਹੀ ਹੈ। ਸੰਸਾਰ ਭਰ ਦੇ ਵਿੱਚ ਸਾਡੀ ਕਵੀਸ਼ਰੀ ਕਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਦਾਤ ਸਾਨੂੰ ਬਖਸ਼ੀ, ਇਹ ਬੁਲੰਦੀਆਂ ਨੂੰ ਛੋਹ ਰਹੀ ਹੈ। ਬੜੀ ਚੜ੍ਹਦੀ ਕਲਾ ਦੇ ਵਿੱਚ ਮੈਂ ਸਮਝਦਾ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਕਵੀਸ਼ਰੀ ਦੀ ਗੱਲ ਜਾ ਰਹੀ ਹੈ। ਕਿਆ ਬਾਤ ਹੈ। ਬੜੀ ਕਮਾਲ ਦੀ ਗੱਲ ਆਪ ਜੀ ਨੇ ਕਹੀ। ਕਵੀਸ਼ਰੀ ਕਲਾ ਵੱਧਦੀ ਫੁੱਲਦੀ ਰਵੇ ਵੀ ਅਰਦਾਸ ਕਰਦੇ ਹਾਂ ਗੁਰੂ ਦੇ ਪਾਵਨ ਚਰਨਾਂ ਵਿੱਚ। ਕਵੀਸ਼ਰੀ ਕਲਾ ਅੰਦਰ ਗਿਆਨੀ ਜੀ ਬਹੁਤ ਸਾਰੇ ਛੰਦ ਰਚੇ ਜਾਂਦੇ ਨੇ। ਦੁਤਾਰਾ, ਕੋਰੜਾ, ਮੇਘਵਰਨ, ਦਵਈਆ, ਝੋਕ, ਉਹਦੇ ਵਿੱਚ ਕਈ ਮਿਸ਼ਰ ਛੰਦ, ਪਸਤੌਲ ਛੰਦ ਵੀ ਹੁੰਦਾ ਜਿਹੜੇ ਅੱਜ ਦੇ ਕਵੀਸ਼ਰਾਂ ਨੂੰ, ਸ਼ਾਇਦ ਕਈਆਂ ਨੂੰ, ਨਵੀਂ ਜਨਰੇਸ਼ਨ ਨੂੰ ਨਾਵਾਂ ਦਾ ਵੀ ਨਹੀਂ ਪਤਾ ਹੁੰਦਾ।
ਇਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਚਾਨਣਾ ਪਾਓ ਕਿ ਇਸ ਵੇਲੇ ਤੁਸੀਂ ਬਹੁਤ ਕੁਝ ਲਿਖਿਆ, ਕਿਤਾਬਾਂ ਵੀ ਛਾਪੀਆਂ, ਬਹੁਤ ਕੁਝ ਆਪ ਜੀ ਨੇ ਕਲਮ ਤੋਂ ਜਨਮ ਦਿੱਤਾ ਕਵੀਸ਼ਰੀ ਨੂੰ। ਉਹਦੇ ਵਿੱਚ ਸਭ ਤੋਂ ਵੱਡਾ ਮਾਰਕਾ, ਸਭ ਤੋਂ ਵੱਡਾ ਉਹ ਛੰਦ ਕਿਹੜਾ ਜਿਹੜਾ ਬਹੁਤ ਦਿਲ ਦੇ ਕਰੀਬੀ ਹੋਵੇ ਤੇ ਤੁਸੀਂ ਸਮਝਦੇ ਹੋ ਵੀ ਕਵੀਸ਼ਰੀ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਨਵੀਂ ਵੰਨਗੀ ਸੰਗਤ ਤੱਕ ਪਹੁੰਚਾਉਣ ਦਾ ਯਤਨ ਕੀਤਾ, ਉਹਦੇ ਬਾਰੇ ਜ਼ਰੂਰ ਸੰਗਤ ਨਾਲ ਸਾਂਝਾ ਕਰੋ। ਵੈਸੇ ਤਾਂ ਜੇ ਛੰਦਾਬੰਦੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਮੈਂ ਨਹੀਂ ਸਮਝਦਾ ਵੀ ਮੈਂ ਕੋਈ ਆਪਣੇ ਆਪ ਦੇ ਵਿੱਚ ਕੋਈ ਵੱਧ ਕਰ ਸਕਦਾ, ਕਿਉਂਕਿ ਸਾਡੇ ਬਹੁਤ ਵੱਡੇ ਵੱਡੇ ਕਵੀਸ਼ਰ ਸਿੱਖ ਜਗਤ ਦੇ ਵਿੱਚ ਹੋਏ, ਜਿਨ੍ਹਾਂ ਦੀ ਕਾਵ ਸ਼ੈਲੀ ਦੇ ਅੱਗੇ, ਜਿਨ੍ਹਾਂ ਦੀ ਕਵਿਤਾ ਦੇ ਡੂੰਘਾਈ ਦੇ ਤਲ ਦੇ ਅੱਗੇ ਮੇਰਾ ਸਿਰ ਝੁਕਦਾ ਹੈ। ਵਾਹ। ਸੋ ਵੈਸੇ ਮੈਂ ਇੱਕ ਕਵੀ ਹੋਣ ਦੇ ਨਾਤੇ ਇਹ ਯਤਨ ਕਰਦਾ ਰਹਿਣਾ ਹਾਂ ਕਿ ਜਿਹੜੇ ਰਵਾਇਤੀ ਛੰਦ, ਕੁਝ ਰਵਾਇਤੀ ਛੰਦ ਹਨ, ਜਿਵੇਂ ਕੁਝ ਢਾਡੀ ਕਲਾ ਦੇ ਅੰਦਰ ਵੀ ਰਵਾਇਤੀ ਨਜ਼ਮਾਂ ਹਨ, ਇਸੇ ਤਰ੍ਹਾਂ ਸਾਡੀ ਕਵੀਸ਼ਰੀ ਦੇ ਵਿੱਚ ਵੀ ਕੁਝ ਰਵਾਇਤੀ ਛੰਦ ਹਨ ਜਿਹੜੇ ਸਾਡੇ ਬਜ਼ੁਰਗ ਕਵੀਸ਼ਰ ਗਾਉਂਦੇ ਰਹੇ। ਉਹਨਾਂ ਦੇ ਵਿੱਚੋਂ ਵੱਡਾ ਛੰਦ 72 ਕਲੀਆ, 94 ਕਲੀਆ, ਇਸ ਤੋਂ ਅੱਗੇ ਕਵੀਆਂ ਨੇ ਯਤਨ ਕੀਤਾ। ਇਸੇ ਤਰ੍ਹਾਂ ਜਿਹੜਾ 72 ਕਲੀਆ ਛੰਦ ਹੈ ਨਾ ਗਿਆਨੀ ਜੀ, ਇਹਦਾ ਜਿਹੜਾ ਪਾਸ਼ੂ ਟੇਕ ਹੈ ਉਹਦੀ ਸਥਾਈ ਹੋਇਆ ਕਰਦੀ ਸੀ ਤੇ ਆਗੂ ਦੀ ਸਥਾਈ ਨਹੀਂ ਸੀ। ਬਿਲਕੁਲ। ਸੋ ਅਸੀਂ ਇਹ ਯਤਨ ਕੀਤਾ ਹੈ ਵੀ 72 ਕਲੀਆ ਛੰਦ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਜੀਵਨ ਤੇ ਇੱਕ ਲਿਖਣ ਦਾ, ਜਿਹਦੇ ਅੰਦਰ ਆਗੂ ਜਿਹੜਾ ਬੋਲਦਾ ਹੈ, ਆਗੂ ਦੀ ਟੇਕ ਦੇ ਵਿੱਚ ਵੀ ਸਥਾਈ ਟੇਕ ਹੈ ਤੇ ਪਾਸ਼ੂ ਵੀ ਸਥਾਈ ਨੂੰ ਨਾਲ ਜੋੜਦਾ ਹੈ। ਉਹ ਇਸ ਪ੍ਰਕਾਰ ਜਿਵੇਂ ਡਿਓੜ ਛੰਦ ਹੈ, ਉਹਨੂੰ ਆਪਾਂ ਇੱਕ ਬਿਨਾਂ ਵੀ ਡਿਓੜਾ ਪਾ ਦਿੱਤਾ, ਦੋ ਥਾਵਾਂ ਤੋਂ ਉਹਨੂੰ ਉਹਦਾ ਕਾਫੀਆ ਦੋ ਥਾਂ ਜੁੜਦਾ, ਇੱਕ ਤਾਂ ਵਿੱਚ ਮੱਧ ਦੇ ਵਿੱਚੋਂ ਜੁੜਦਾ, ਸੋ ਉਹਦੇ ਦੋ ਤੁਕਾਂਗ ਬਣ ਜਾਂਦੇ, ਤੁਕਾਂ ਦੇ ਅੰਗ ਦੋ, ਸੋ ਮੱਧ ਦੇ ਵਿੱਚੋਂ ਵੀ ਤੇ ਲਾਸਟ ਦੇ ਵਿੱਚੋਂ ਇੱਕ ਮੱਧ ਵਿੱਚ ਕਾਫੀਆ ਜੁੜਦਾ, ਲਾਸਟ ਵੀ ਜੁੜਦਾ। ਜੀ ਜੀ। ਉਹ ਜਿਹੜਾ ਤੁਸੀਂ 72 ਕਲੀਏ ਦੀ ਗੱਲ ਕੀਤੀ, ਉਹ ਬਿਲਕੁਲ ਪਹਿਲੀ ਵਾਰ ਸੁਣਿਆ ਕਿ ਪਹਿਲੇ ਅੰਤਰੇ ਵਿੱਚ ਵੀ ਕੋਈ ਸਥਾਈ ਰੱਖੀ ਗਈ ਜਾਂ ਉਹ ਮਤਲਬ ਕਾਫੀਆ ਜੁੜਦਾ ਹੋਵੇ। ਜੀ ਜੀ। ਉਹ ਬੜੀ ਵੱਡੀ ਇੱਕ ਦੇਣ ਹੈ ਕਵੀਸ਼ਰੀ ਨੂੰ। ਮੈਂ ਸਮਝਦਾ ਵੀ ਅੱਜ ਕੋਈ ਐਸਾ ਛੰਦ ਸੰਗਤ ਨਾਲ ਸਾਂਝਾ ਕਰੀਏ ਜਿਹੜਾ ਪਹਿਲਾਂ ਰਿਕਾਰਡ ਨਹੀਂ ਕੀਤਾ, ਪਰ ਤੁਹਾਨੂੰ ਇੰਜ ਲੱਗਦਾ ਹੋਵੇ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਨਾਲ ਜਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਸੰਬੰਧਿਤ ਹੋਵੇ, ਵਿਸ਼ੇਸ਼ਤਾ ਰੱਖਦਾ, ਦੂਜਿਆਂ ਨਾਲੋਂ ਹਟ ਕੇ। ਉਹ ਕੀ ਸੁਣਾ ਰਹੇ ਹੋ? ਸਤ ਬਚਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਚੋਜ, ਗੁਰਦੇਵ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨੂੰ ਦਰਸਾਉਂਦਾ ਹੋਇਆ ਮੈਂ ਇੱਕ ਛੰਦ ਅੱਜ ਆਪ ਜੀ ਦੇ ਨਾਲ ਸਾਂਝਾ ਕਰਾਂਗਾ, ਜਿਹਦੇ ਅੰਦਰ ਗੁਰਦੇਵ ਦੇ ਆਗਮਨ ਤੋਂ ਲੈ ਕੇ ਜੰਗਾਂ ਯੁੱਧਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਜੌਹਰ ਦਿਖਾਏ, ਉਹ ਇਹਦੀ ਮੈਂ ਸਥਾਈ ਟੇਕ ਹੀ ਇਹ ਰੱਖੀ ਹੈ ਕਿ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜ ਆਏ ਸੋ ਹਾਰ ਗਏ। ਉਹ ਮੈਂ ਬੇਨਤੀ ਕਰਾਂਗਾ ਸਾਥੀ ਸਿੰਘਾਂ ਨੂੰ। ਕਿਆ ਬਾਤਾਂ, ਜ਼ਰੂਰ ਜੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਬ ਪੱਖੀ ਨਾਇਕ ਸਤਿਗੁਰੂ ਜੀ ਹਨ, ਔਰ ਮੈਂ ਅੱਜ ਦੀ ਕਵਿਤਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵੀਰ ਰਸ ਦੇ ਨਾਲ ਭਰਿਆ ਹੋਇਆ ਜਲਵਾ ਆਪ ਗੁਰੂ ਕੀਆਂ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਹਾਂ। ਆਓ ਵੇਖੀਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਜੰਗਾਂ ਯੁੱਧਾਂ ਦੇ ਅੰਦਰ, ਰਣ ਮੈਦਾਨ ਦੇ ਅੰਦਰ ਆਪਣਾ ਵੀਰ ਰਸੀ ਕਰਤੱਵ ਦਿਖਾਉਂਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਵੀਰਤਾ ਨੂੰ ਦਰਸਾਉਂਦੀ ਹੋਈ ਕਵਿਤਾ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਹਜ਼ੂਰੀ ਕਵੀਸ਼ਰ ਜਥਾ ਹੈ ਇੰਜ ਬਿਆਨ ਕਰਦਾ ਹੈ। ਪਾ ਬਾਬਾ ਬੁੱਢਾ ਜੀ ਤੋਂ ਵਰਮਾ ਗੰਗਾ ਨੇ ਪੁੱਤ ਜਣਿਆ ਏ ਕਰਤਾਰਨ ਮੀਰੀ ਪੀਰੀ ਨੂੰ ਜ਼ਾਲਮ ਦੇ ਸਾਵੇਂ ਤਣਿਆ ਏ। ਧੰਨ ਗੁਰ ਅਰਜਨ ਪ੍ਰਧਾਨ ਪਿਤਾ ਤਨ ਕਸ਼ਟ ਬੇਅੰਤ ਸਹਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ। ਕਰੀ ਗੁਰਾ ਪਵਿੱਤਰ ਧਰਤੀ ਜੀ ਜਦ ਲਿਆ ਅਵਤਾਰ ਵਡਾਲੀ ਏ ਬਣ ਗਈ ਵਡਾਲੀ ਗੁਰ ਕੀ ਜੀ ਅੱਜ ਹੋ ਗਈ ਕਰਮਾਂ ਵਾਲੀ ਏ। ਕਰਮੋਂ ਨੂੰ ਸਾੜਾ ਪੈ ਗਿਆ ਏ ਹੋ ਦੂਰ ਸਭੇ ਹੰਕਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ। ਆਉ ਕਈ ਜ਼ਹਿਰੀ ਅਸਤਣ ਦੇ ਕੇ ਤੇ ਗੁਰ ਨੂੰ ਮਰਵਾਉਣਾ ਚਾਹੁੰਦੇ ਨੇ, ਕਦੇ ਜ਼ਹਿਰ ਖੀਰ ਵਿੱਚ ਪਾਉਂਦੇ ਨੇ, ਕਦੇ ਸੱਪ ਛਪੇਰੇ ਲਿਆਉਂਦੇ ਨੇ। ਹੜ ਸਿਰਿਓਂ ਸੱਪ ਮਰੋੜ ਲਿਆ ਤੇ ਪ੍ਰਾਣਾ ਤਾਈਂ ਇਨਕਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ। ਆਉ ਪੰਚਮ ਗੁਰਦੇਵ ਪਰੰਤ ਗੁਰਾਂ ਨੇ ਕਾਇਆ ਨੂੰ ਪਲਟਾਇਆ ਏ, ਤਨ ਤੇਗਾ ਨਾਲ ਸਜਾਇਆ ਏ ਤੇ ਤਖਤ ਅਕਾਲ ਬਣਾਇਆ ਏ। ਉੱਚੇ ਦੁਨਿਆਵੀ ਤਖਤਾਂ ਤੋਂ ਉੱਚੇ ਦੁਨਿਆਵੀ ਤਖਤਾਂ ਤੋਂ ਜੋ ਸ਼ਾਹਾਂ ਨੂੰ ਵੰਗਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ। ਆਉ
ਚੰਦੂ ਜੈ ਦੋਖੀ ਦੁਸ਼ਟਾਂ ਦੇ ਨੱਕ ਵਿੱਚ ਨਕੇਲਾ ਪਾਇਆ ਏ ਫੜ ਬਿਧੀ ਚੰਦ ਜੈ ਸਿੱਖਾਂ ਨੇ ਤੇ ਟਕਾ ਟਕਾ ਮਗਵਾਇਆ ਏ ਲਿਆ ਪਿਤਾ ਗੁਰੂ ਦਾ ਬਦਲਾ ਹੈ ਕੁਲ ਸੰਗਤ ਦਾ ਦਿਲ ਠਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ ਔ ਲੈ 7,500 ਫੌਜ ਜਾਂ ਮੁਗਲ ਸਖਾਂ ਚੜਿਆ ਆ ਸੀ ਪਾਰੋੜੇ ਲੱਕੜ ਤੋਪ ਵਿੱਚ ਤੇ ਪਿੱਛੇ ਵੱਲ ਨਸਾਇਆ ਸੀ ਵਲਵਾਰ ਕਰਨ ਦਾ ਦੱਸਦੇ ਰਹਿ ਵਲਵਾਰ ਕਰਨ ਦਾ ਦੱਸਦੇ ਰਹਿ ਪੈਂਦੇ ਖਾਂ ਤਾਈ ਵਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ ਔ ਨਾ ਬਚੇ ਖਾਣੇ ਬਦੁੱਲੇ ਜੈ ਇਸਮਾਇਲ ਲੱਲਾ ਬੇਗ ਜਾਏ ਨਾ ਕਿਸੇ ਤੇਗ ਨੇ ਵਾਰ ਕਰੇ ਛੇਵੇਂ ਸਤਿਗੁਰ ਦੀ ਤੇਗ ਜਾਏ ਲਾ ਦਿੱਤਾ ਅੰਤ ਲੰਗਾਰਾ ਸੀ ਰਣ ਭੂਮੀ ਅੰਦਰ ਮਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ ਔ ਤਨ ਜੇਠੇ ਪੈੜੇ ਮੋਖੇ ਸਿੰਘੇ ਗੁਰ ਕੀ ਸੇਵ ਕਮਾਈ ਏ ਗੁਰ ਸੀਨਾ ਬਣਿਆ ਬਿਧੀ ਚੰਦਾ ਲੈ ਲਈ ਖੂਬ ਵਡਿਆਈ ਏ ਆ ਕਿਸੇ ਰੂਪ ਵਿੱਚ ਆਪੇ ਹੀ ਗੁਰਜੰਟ ਸਿੰਘ ਨੂੰ ਤਾਰ ਗਏ ਗੁਰੂ ਹਰਗੋਬਿੰਦ ਪਿਆਰੇ ਤੇ ਜੋ ਚੜਿਆ ਏ ਸੋ ਹਾਰ ਗਏ ਜੋ ਚੜਿਆ ਏ ਸੋ ਹਾਰ ਗਏ ਕਮਾਲ ਕਰਤੀ ਗਿਆਨੀ ਜੀ, ਬਹੁਤ ਵਧੀਆ, ਬੜਾ ਆਨੰਦ ਆਇਆ। ਤੁਹਾਡੇ ਸਾਥੀ ਸਾਰੇ ਬੜੇ ਮਿਹਨਤੀ ਤੇ ਮਿੱਠੀਆਂ ਆਵਾਜ਼ਾਂ ਵਾਲੇ ਨੇ। ਤੁਹਾਡੀ ਕਲਮ ਨੂੰ ਵੀ ਸਜਦਾ ਹੈ ਕਿ ਬੜੇ ਚੋਣਵੇਂ ਅੱਖਰ ਔਰ ਬੜੀ ਪਿਆਰੀ ਰਚਨਾ ਜਿਹੜੀ ਆ ਉਹ ਸੰਗਤ ਨਾਲ ਸਾਂਝੀ ਕੀਤੀ। ਬੇਨਤੀ ਕਰਨੀ ਚਾਹੁੰਦਾ, ਕਦੋਂ ਕ ਇਸ ਪਾਸੇ ਨੂੰ ਲੱਗਣ ਲੱਗੀ ਕਵੀਸ਼ਰੀ ਕਲਾ ਵੱਲ ਨੂੰ? ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰਿਆ ਤਿਉ ਕਰਨਾ। ਸੰਸਾਰ ਦੇ ਅੰਦਰ ਮਨੁੱਖ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ। ਇਹ ਗੁਰੂ ਦੀ ਰਹਿਮਤ ਹੈ, ਬਖਸ਼ਿਸ਼ ਹੈ। ਜਦੋਂ ਆਪਣੇ ਚਰਨਾਂ ਦੇ ਨਾਲ ਜਿਹਨੂੰ ਜੋੜਨਾ ਚਾਹੇ ਉਹ ਆਪ ਹੀ ਜੋੜਦਾ ਹੈ। ਔਰ ਇਹ ਬਚਪਨ ਤੋਂ ਹੀ ਜਦੋਂ ਅਸੀਂ ਸਕੂਲ ਜਾਇਆ ਕਰਦੇ ਸੀ 2005 ਦੇ ਵਿੱਚ 5ਵੀਂ ਜਮਾਤ ਦੇ ਵਿੱਚ ਮੈਂ ਪੜ੍ਹਦਾ ਸੀ ਔਰ ਉੱਚੀਆਂ ਆਵਾਜ਼ਾਂ ਦੇ ਵਿੱਚ ਕਵੀਸ਼ਰ ਸਿੰਘਾਂ ਨੂੰ ਅਸੀਂ ਸਰਵਣ ਕਰਦੇ ਰਹੇ। ਗੁਰੂ ਘਰ ਦੇ ਸਪੀਕਰ ਤੋਂ ਗਿਆਨੀ ਜਰਨੈਲ ਸਿੰਘ ਜੀ ਸਭਰਾ ਵਰਗੇ, ਸਤਿਕਾਰਯੋਗ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਜੀ ਮੇਰੇ ਨਗਰ ਦਾ ਨਾਮ, ਜਿਨ੍ਹਾਂ ਨੇ ਸੰਸਾਰ ਭਰ ਦੇ ਵਿੱਚ ਕਵੀਸ਼ਰੀ ਕਲਾ ਦੁਆਰਾ ਰਚਨਾਇਆ। ਬਹੁਤ ਵੱਡੀ ਇਹਨਾਂ ਦੀ ਦੇਣ ਹੈ ਜੀ। ਉਹਨਾਂ ਦੀਆਂ ਕੈਸਟਾਂ, ਉਹਨਾਂ ਦੇ ਦੀਵਾਨ, ਗਿਆਨੀ ਜੋਗਾ ਸਿੰਘ ਜੀ ਜੋਗੀ, ਨਿਰਮਲ ਸਿੰਘ ਜੀ ਚੋਲਾ ਸਾਹਿਬ, ਐਸੇ ਮਹਾਨ ਕਵੀਸ਼ਰਾਂ ਦੀਆਂ ਕਵਿਤਾਵਾਂ ਸੁਣਦਿਆਂ ਇਹ ਲਗਨ ਬਚਪਨ ਤੋਂ ਹੀ ਦਾਸ ਨੂੰ ਲੱਗੀ। ਔਰ ਜਿਹੜੀ ਲਿਖਣ ਦੀ ਦਾਤ ਹੈ, ਮੈਂ ਸਮਝਦਾ ਵੀ ਇਹ ਗੁਰਮਤ ਦੇ ਵਿੱਚ ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਦਇਆ ਸਿੰਘ ਸਾਹਿਬ ਜੀ, ਕਿਆ ਬਾਤ, ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਦਾ ਇਹ ਜਲਵਾ ਹੈ ਜਿਹੜਾ ਦਾਸ ਦੀ ਕਲਮ ਦੇ ਵਿੱਚ ਦੇ ਕਵਿਤਾ ਦੇ ਵਿੱਚ ਆਪ ਵੇਖਦੇ ਹੋ। ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬਿਲਕੁਲ। ਉਹ ਮੈਂ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਮਾਣਿਆ ਹੈ ਕਿ ਵਾਕਿਆ ਹੀ ਉਹਨਾਂ ਨੇ ਦਾਸ ਤੇ ਅੰਮ੍ਰਿਤ ਦ੍ਰਿਸ਼ਟੀ ਪਾਈ। ਸੱਚਖੰਡ ਵਾਸੀ ਬਾਬਾ ਜੋਧਾ ਸਿੰਘ ਜੀ ਮੇਰੇ ਨਗਰ ਦੇ ਮਹਾਨ ਵਿਦਵਾਨ ਹੋਏ ਹਨ। ਉਹਨਾਂ ਦੇ ਪਾਸ ਮੈਨੂੰ 4ਵੀਂ 5ਵੀਂ ਜਮਾਤ ਤੋਂ ਹੀ ਮੈਂ ਜਾਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਦਾਦਾ ਜੀ ਗੁਰਪ੍ਰਵਾਸੀ ਸਰਦਾਰ ਲੇਖਾ ਸਿੰਘ ਜੀ ਉਹ ਉਹਨਾਂ ਦੇ ਕੋਲੇ ਮੈਨੂੰ ਦਾਖਲ ਕਰਵਾ ਕੇ ਆਏ ਗੁਰਮਤਿ ਸੰਗੀਤ ਵਿਦਿਆਲਾ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਨਾਮ ਤੇ। ਉਦੋਂ ਬਾਬਾ ਜੋਧਾ ਸਿੰਘ ਜੀ ਚਲਾਇਆ ਕਰਦੇ ਸੀ ਬੈਂਕੇ ਨਗਰ ਦੇ ਵਿੱਚ। 5ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਨਗਰ ਬੈਂਕਾ। ਔਰ ਇਹ ਲਗਨ ਮੈਨੂੰ ਆਪਣੇ ਨਗਰ ਤੋਂ ਹੀ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਜੀ ਹੋਰਾਂ ਦੀ ਡੂੰਘਾਈ ਦੇ ਨਾਲ ਔਰ ਪ੍ਰਮਾਣਾਂ ਦੇ ਨਾਲ ਸਰਾਸਾਰ ਹੋਈ ਕਵਿਤਾ ਜਦੋਂ ਮੈਂ ਸੁਣਦਾ ਸੀ ਉਹ ਮੇਰਾ ਮਨ ਆਨੰਦਿਤ ਹੁੰਦਾ ਸੀ। ਉਹਨਾਂ ਦੀ ਕਾਵਿ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਕਵੀਸ਼ਰੀ ਕਲਾ ਨੂੰ ਬਚਪਨ ਤੋਂ ਹੀ ਚੁਣਿਆ। 5ਵੀਂ ਜਮਾਤ ਤੋਂ ਲੈ ਕੇ ਸਕੂਲ ਦੇ ਵਿੱਚ ਜਿੰਨੇ ਪ੍ਰੋਗਰਾਮ ਹੁੰਦੇ ਸੀ ਧਾਰਮਿਕ, ਉਹਨਾਂ ਦੇ ਵਿੱਚ ਮੈਂ ਪਾਰਟੀਸਪੇਟ ਕਰਦਾ ਰਿਹਾ। ਨਗਰ ਦੇ ਜੋੜ ਮੇਲਿਆਂ ਦੇ ਵਿੱਚ ਵੀ ਮੇਰੇ ਦਾਦਾ ਜੀ ਪਿਤਾ ਜੀ ਲੈ ਕੇ ਜਾਂਦੇ ਰਹੇ ਔਰ ਮੈਂ ਇੱਕ ਕਵਿਤਾ ਸਰਵਣ ਕਰਵਾਉਣੀ। ਸੰਗਤਾਂ ਨੇ, ਨਗਰ ਨਿਵਾਸੀਆਂ ਨੇ ਬਹੁਤ ਵੱਡੀ ਹੌਸਲਾ ਅਫਜ਼ਾਈ ਕਰਨੀ। ਬਾਬਾ ਦਇਆ ਸਿੰਘ ਸਾਹਿਬ ਜੀ ਹੋਰਾਂ ਦੇ ਉਪਰੰਤ ਬਾਬਾ ਅਵਤਾਰ ਸਿੰਘ ਜੀ, ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਸਾਡੇ ਤੇ ਔਰ ਉਹਨਾਂ ਦੀ ਅਸੀਸ ਸਦਕਾ ਅਸੀਂ ਅੱਜ ਤੱਕ ਸੇਵਾ ਕਰ ਰਹੇ ਹਾਂ। ਬਹੁਤ ਵੱਡੀ ਗੱਲ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮਹਾਂਪੁਰਖਾਂ ਦੀਆਂ ਅਸੀਸਾਂ ਲਈਆਂ। ਅੱਜ ਵੀ ਤੁਸੀਂ ਦਲ ਪੰਥ ਵਿੱਚ ਵਿਚਰ ਕੇ ਪੰਥ ਦੀ ਬੜੀ ਵੱਡੀ ਸੇਵਾ ਕਰ ਰਹੇ ਹੋ। ਸਿਰ ਝੁਕਦਾ ਇਸ ਗੱਲ ਦੇ ਉੱਤੇ ਵੀ। ਜਿਹੜੀ ਕਵਿਤਾ ਆਪ ਜੀ ਨੇ ਲਿਖੀ ਉਹਨੂੰ ਕਿਤਾਬੀ ਸ਼ਕਲ ਵੀ ਦੇ ਚੁੱਕੇ ਹੋ? ਕਿੰਨੀਆਂ ਕਿਤਾਬਾਂ ਅੱਜ ਤੱਕ ਜਿਹੜੀਆਂ ਨੇ ਉਹ ਛਪ ਚੁੱਕੀਆਂ ਤੁਹਾਡੀਆਂ? ਪਾਰਸ ਜੀ ਬਹੁਤ ਕੁਝ ਐਸਾ ਹੈ ਜਿਹੜਾ ਅਜੇ ਨਹੀਂ ਛਪਿਆ, ਛਪਣ ਵਾਲਾ, ਔਰ ਮੈਂ ਯਤਨਸ਼ੀਲ ਹਾਂ ਕਿ ਉਹ ਸਾਰਾ ਕੁਝ ਹੀ ਛਪਾਈ ਦੇ ਵਿੱਚ ਲਿਆਂਦਾ ਜਾਵੇ। ਮੈਂ ਇਹ ਆਰੰਭਤਾ ਕਰਦਿਆਂ ਇੱਕ PDF ਕਿਤਾਬ ਜਿਹੜੀ ਇੰਟਰਨੈਟ ਤੋਂ ਸੰਗਤਾਂ ਪ੍ਰਾਪਤ ਕਰ ਸਕਦੀਆਂ, ਸਾਧੂਆਂ ਦੀ ਮਹਿਮਾ, ਔਰ ਉਹ ਮੇਰੀ ਵੈਬਸਾਈਟ ਦੇ ਉੱਪਰ ਵੀ ਮੌਜੂਦ ਹੈ, ਜਿਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਿਮ ਸਮੇਂ ਦਾ ਔਰ ਰੱਬ ਦੇ ਪਿਆਰਿਆਂ ਦੀ ਮਹਿਮਾ ਦੇ ਵਿੱਚ ਕੁਝ ਕਵਿਤਾਵਾਂ ਹਨ ਜੀ। ਇਸੇ ਤਰ੍ਹਾਂ ਉਸ ਦੇ ਉਪਰੰਤ 2018 ਦੇ ਵਿੱਚ
ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਇਹ ਗੁਰੂ ਕਾ ਸੀਨਾ ਕਿਤਾਬ ਦਾਸ ਨੇ ਵਾਹ। ਇਹ ਗੁਰੂ ਕੀਆਂ ਸੰਗਤਾਂ ਦੇ ਪਾਸ ਹਾਜ਼ਰ ਕੀਤੀ, ਜਿਹਦੇ ਅੰਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਪੱਟੀ ਸ਼ਹਿਰ ਦੇ ਵਿੱਚੋਂ ਭਾਵੇਂ ਬਲ ਦੇ ਭੱਠ ਦੇ ਵਿੱਚ ਬੈਠਣਾ ਪਿਆ, ਦਸ਼ਾਲੇ ਕੱਢ ਕੇ ਲਿਆਉਣ ਦਾ ਪ੍ਰਸੰਗ, ਸ਼ਾਹੀ ਕਿਲੇ ਲਾਹੌਰ ਦੇ ਵਿੱਚੋਂ ਦੋਵੇਂ ਘੋੜੇ ਕੱਢ ਕੇ ਲਿਆਉਣ ਦਾ ਪ੍ਰਸੰਗ, ਜੀ ਇਸ ਤੋਂ ਆਦਿਕ ਬਹੁਤ ਸਾਰੀਆਂ ਫੁਟਕਲ ਕਵਿਤਾਵਾਂ ਇਹਦੇ ਵਿੱਚ ਦੇਣ ਦਾ ਯਤਨ ਕੀਤਾ ਹੈ। ਔਰ ਇਸੇ ਤਰ੍ਹਾਂ ਇਹ ਕਿਤਾਬ, ਇਹਦੇ ਉਪਰੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਆਪਾਂ ਜਾਣਦੇ ਹਾਂ ਕਿ ਆਪਾਂ 550 ਸਾਲਾ ਸ਼ਤਾਬਦੀ ਜਦੋਂ ਮਨਾਈ, ਤੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਨੇ ਦਾਸ ਨੂੰ ਇਹ ਹੁਕਮ ਲਾਇਆ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਸੰਗ ਹੀ ਇਸ ਸਾਲ ਦੇ ਵਿੱਚ ਲਿਖੇ ਜਾਣ। ਵਾਹ। ਸਨਮਾਨਯੋਗ ਸੰਗਤ ਦੇ ਉਪਦੇਸ਼ ਪ੍ਰੇਰਨਾ ਦੇ ਸਦਕਾ, ਮਹਾਂਪੁਰਖਾਂ ਦੀ ਅਸੀਸ ਦੇ ਸਦਕਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਹੀ ਸਾਰੇ ਪ੍ਰਸੰਗ ਇਸ ਕਿਤਾਬ ਦੇ ਵਿੱਚ ਦਿੱਤੇ ਗਏ। ਔਰ ਇਹ ਕਿਤਾਬ 2019 ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਤਾਬਦੀ ਦੇ ਸਾਲ ਦੇ ਵਿੱਚ 550 ਸਾਲ ਨੂੰ ਸਮਰਪਿਤ ਕੀਤੀ ਗਈ ਹੈ। ਬਿਲਕੁਲ। ਇਹ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਇਤਿਹਾਸ ਦੇ ਵਿੱਚੋਂ ਬਹੁਤ ਵੱਡਾ ਉਦਮ ਕੀਤਾ ਗਿਆ ਨਹੀਂ ਜੀ। ਹਾਂਜੀ, ਇਹਦੇ ਵਿੱਚ ਅਸੀਂ ਇਹ ਯਤਨ ਕੀਤਾ ਪਾਰਸ ਜੀ ਕਿ ਜਿਹੜੇ ਵੈਸੇ ਤਾਂ ਸਾਰਾ ਜਸ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰੀਆਂ ਸਾਖੀਆਂ ਸੰਗਤ ਨੇ ਸਰਵਣ ਕੀਤੀਆਂ ਹਨ ਜੀ, ਪਰ ਜਿਹੜੀਆਂ ਆਪਣੀ ਕਵੀਸ਼ਰੀ ਕਲਾ ਦੁਆਰਾ ਘੱਟ ਆਈਆਂ ਸੰਗਤ ਦੇ ਸਾਹਮਣੇ ਐਸੇ 94 ਪ੍ਰਸੰਗ ਇਸ ਗੁਰੂ ਨਾਨਕ ਨਿਰੰਕਾਰੀ ਕਿਤਾਬ ਦੇ ਵਿੱਚ ਦੇਣ ਦਾ ਯਤਨ ਕੀਤਾ। ਕੋਈ ਛੁਪੇ ਹੋਏ ਪੰਨੇ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਸੀ ਆ ਸਕੇ, ਉਹਨਾਂ ਨੂੰ ਕਵੀਸ਼ਰੀ ਕਲਾ ਤੌਰ ਦੇ ਉੱਤੇ ਆਪ ਜੀ ਨੇ ਕਵਿਤਾਵਾਂ ਦਾ ਰੂਪ ਦਿੱਤਾ। ਬਹੁਤ ਵੱਡਾ। ਇਸੇ ਤਰ੍ਹਾਂ ਹੀ ਹੁਣ ਇਹ ਜਿਹੜਾ ਸਾਲ 2021 ਜਿਹਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਸ਼ਤਾਬਦੀ ਆਈ, ਉਹਦੇ ਅੰਦਰ ਵੀ ਮਹਾਂਪੁਰਖਾਂ ਨੇ ਇਹ ਹੁਕਮ ਲਾਇਆ, ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਹੋਰਾਂ ਨੇ ਜੀ ਕਿ ਬੈਂਕਾ ਜੀ ਤੁਸੀਂ ਗੁਰੂ ਨਾਨਕ ਨਿਰੰਕਾਰੀ ਕਿਤਾਬ ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਸ਼ਤਾਬਦੀ ਨੂੰ ਸਮਰਪਿਤ ਲਿਖੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਦਾ ਇਹ ਸਾਲ। ਬਿਲਕੁਲ। ਤੇ ਹੁਣ ਗੁਰੂ ਲਾਦੋਰੇ ਜਿਹੜੀ ਐਤਕੀ ਕਿਤਾਬ ਦਾਸ ਨੇ, ਵਾਹ ਜੀ ਵਾਹ, ਇਹ ਭਾਈ ਚਤਰ ਸਿੰਘ ਜੀਵਨ ਸਿੰਘ ਜੀ ਹੋਰਾਂ ਦੁਆਰਾ ਇਹ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਹੈ। ਔਰ ਇਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਰੰਭਕ ਜੀਵਨ ਇਤਿਹਾਸ, ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਜੀ ਦਾ ਅੰਮ੍ਰਿਤਸਰ ਸਾਹਿਬ ਆਉਣਾ ਗੁਰਦੇਵ ਦਾ, ਇਸੇ ਤਰ੍ਹਾਂ ਮਹਾਰਾਜ ਦਾ ਵੱਲੇ ਜਾਣਾ, ਇਤਿਹਾਦਿਕ ਜਿਹੜੇ ਪ੍ਰਸੰਗ ਉਹਨਾਂ ਦੇ ਨਾਲ ਕੁਝ ਫੁਟਕਲ ਕਵਿਤਾਵਾਂ ਵੀ ਇਹਦੇ ਅੰਦਰ, ਜਿਵੇਂ ਆ ਕੋਵਿਡ ਦਾ ਸਮਾਂ ਆਇਆ, ਬਿਲਕੁਲ ਇਹਦਾ ਸਾਰਾ ਹਾਲ ਮੈਂ ਸਮਝਿਆ ਵੀ ਕਵੀ ਆਪਣੇ ਸਮੇਂ ਦੇ ਵਿੱਚ ਜਿਹੜਾ ਦੌਰ ਉਹਨਾਂ ਨੇ ਵੇਖਿਆ ਉਹਨੂੰ ਕਲਮਬੱਧ ਕਰਦੇ ਰਹੇ। ਆਪਾਂ ਫਰਜ਼ ਬਣਦਾ। ਹਾਂਜੀ, ਆਪਾਂ ਪੜ੍ਹਦੇ ਹਾਂ ਪੁਰਾਣੇ ਕਵੀਆਂ ਨੂੰ, ਉਹਨਾਂ ਦੇ ਸਮੇਂ ਕਿਹੋ ਜਿਹਾ ਸਮਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਵੇਖਿਆ ਤੇ ਉਹਨਾਂ ਨੇ ਉਹ ਕਲਮਬੱਧ ਕੀਤਾ। ਵਾਹ। ਤਾਂ ਮੈਂ ਇੱਕ ਕਵੀ ਹੋਣ ਦੇ ਨਾਤੇ ਆਪਣਾ ਇਹ ਫਰਜ਼ ਸਮਝਿਆ ਵੀ ਜੇ ਉਹਨਾਂ ਕਵੀਆਂ ਨੇ ਉਸ ਸਮੇਂ ਦੇ ਜੰਗਾਂ ਯੁੱਧਾਂ ਦੇ ਸਮੇਂ ਨੂੰ ਉਹ ਕਲਮ ਦੇ ਵਿੱਚ ਬੰਦ ਕੀਤਾ ਤੇ ਅੱਜ ਤੱਕ ਅਸੀਂ ਪੜ੍ਹ ਰਹੇ ਹਾਂ, ਅਸੀਂ ਵੇਖਦੇ ਹਾਂ ਵੀ ਉਹਨਾਂ ਸਮਿਆਂ ਦੇ ਵਿੱਚ ਆਹ ਕੁਝ ਹੋਇਆ ਤੇ ਆਉਣ ਵਾਲੇ ਸਮੇਂ, ਕਿਉਂਕਿ ਸਰੀਰ ਸਦਾ ਨਹੀਂ ਰਹਿੰਦੇ ਤੇ ਲਿਖੇ ਬਾਝੋਂ ਸੁਰਤ ਨਾ ਹੀ ਬੋਲ ਗਵਾਈਏ। ਬਹੁਤ ਵੱਡੀ ਤੁਹਾਡੀ ਸੋਚ ਆ, ਬਹੁਤ ਚੰਗਾ ਕੀਤਾ, ਉਦਮ ਬੜਾ ਵੱਡਾ। ਕਵੀਸ਼ਰੀ ਨੂੰ ਆਪਣੀ ਨਜ਼ਰਾਂ ਵਿੱਚ ਕਿਵੇਂ ਤੱਕਦੇ ਹੋ ਅੱਜ ਦੇ ਯੁੱਗ ਵਿੱਚ? ਕਵੀਸ਼ਰੀ ਕਲਗੀਧਰ ਪਾਤਸ਼ਾਹ ਦੀ ਅਦੁੱਤੀ ਦਾਤ ਹੈ। ਤਾਂ ਮੈਂ ਚੰਦ ਸ਼ਬਦ ਕਵੀਸ਼ਰੀ ਦੇ ਬਾਬਤ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਬਿਲਕੁਲ। ਕਵੀਸ਼ਰੀ ਤਾਂ ਇਹਦਾ ਆਪਾਂ ਵਿਖਿਆਨ ਕਰਨਾ ਹੋਵੇ ਤਾਂ ਬਹੁਤ ਵੱਡਾ ਹੈ, ਬਹੁਤ ਲੰਬਾ ਸਮਾਂ ਲੱਗ ਜਾਵੇਗਾ ਤੇ ਕਵਿਤਾ ਬਹੁਤ ਲੰਮੇ ਸਮੇਂ ਨੂੰ ਥੋੜੇ ਸਮੇਂ ਦੇ ਵਿੱਚ ਬਹੁਤੇ ਲੰਮੇ ਸਮੇਂ ਦੀ ਜੋ ਗੱਲ ਹੈ, ਜੋ ਆਪਾਂ ਘੰਟਿਆਂ ਬੱਧੀ ਕਰਦੇ ਹਾਂ, ਉਹਨੂੰ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਕਹਿ ਜਾਣ ਦਾ ਮਾਧਿਅਮ ਹੈ। ਸਮੁੰਦਰ ਨੂੰ ਕੁਝ ਵਿੱਚ ਬੰਦ ਕਰਨ ਦਾ ਯਤਨ ਕੀਤਾ। ਕਵਿਤਾ ਬਹੁਤ ਵੱਡੀ ਗੱਲ ਨੂੰ ਥੋੜੇ ਸਮੇਂ ਵਿੱਚ ਕਹਿ ਦੇਣ ਦਾ ਮਾਧਿਅਮ ਹੈ। ਔਰ ਕਵੀਸ਼ਰੀ ਦੇ ਬਾਬਤ ਦਾਸ ਨੇ ਇੱਕ ਕਵਿਤ ਲਿਖਿਆ ਹੈ, ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਪੌਂਟਾ ਸਾਹਿਬ ਸਾਜ ਕੇ 52 ਕਵੀ ਬਾਜਾਂ ਵਾਲੇ, ਬਖਸ਼ਿਆ ਖਜ਼ਾਨਾ ਅਨਮੋਲ ਹੈ ਕਵੀਸ਼ਰੀ। ਕੀ ਬਾਤ। ਪੌਂਟਾ ਸਾਹਿਬ ਸਾਜ ਕੇ 52 ਕਵੀ ਬਾਜਾਂ ਵਾਲੇ, ਬਖਸ਼ਿਆ ਖਜ਼ਾਨਾ ਅਨਮੋਲ ਹੈ ਕਵੀਸ਼ਰੀ। ਰੂਹਾਂ ਰਸ਼ਨਾਉਣ ਵਾਲੀ, ਦਿਲਾਂ ਤਾਈਂ ਟੁੰਬਦੀ ਹੈ, ਗੀਤਾਂ ਦੀਆਂ ਧੁਨਾਂ ਤੋਂ ਨਰੋਲ ਹੈ ਕਵੀਸ਼ਰੀ। ਰੁੱਤ ਹੈ ਬਸੰਤ, ਜਿਵੇਂ ਸੋਹੰਦੇ ਨੇ ਗੁਲਾਬ ਖਿੜੇ, ਖਿੜੇ ਹੋਏ ਹਿਰਦਿਆਂ ਦਾ ਬੋਲ ਹੈ ਕਵੀਸ਼ਰੀ। ਬੈਂਕੇ ਵਿੱਚ ਵੱਡੇ ਭਾਗ ਤੇਰੇ ਗੁਰਜੰਟ ਸਿੰਘਾ, ਗੁਰੂ ਦੀ ਅਦੁੱਤੀ ਦਾਤ ਕੋਲ ਹੈ ਕਵੀਸ਼ਰੀ। ਬਹੁਤ ਵੱਡੀ ਦਾਤ ਗੁਰੂ ਸਾਹਿਬ ਦੀ, ਬੜੀ ਵੱਡੀ ਇਹ ਦੇਣ ਹੈ ਮਹਾਰਾਜ ਦੀ। ਔਰ ਬਹੁਤ ਕਮਾਲ ਦੀਆਂ ਤੁਸੀਂ ਲਾਈਨਾਂ ਵੀ ਲਿਖੀਆਂ। ਇਸ ਗੱਲ ਦੇ ਉੱਤੇ ਵੀ ਰੂਹ ਖੁਸ਼ ਹੋਈ ਕਿ ਵਾਕਿਆ ਹੀ ਪੌਂਟਾ ਸਾਹਿਬ ਦੀ ਧਰਤੀ ਅੰਦਰ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਗਿਆਨ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ। ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਦੱਸ ਕੇ ਜਾਓ ਕਿ ਅੱਜ ਤਰਜ਼ਾਂ ਵਿੱਚ ਬਹੁਤੀ ਕਵੀਸ਼ਰੀ ਗਾਈ ਜਾਂਦੀ ਹੈ,
ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਤਾਂ ਵਾਰਸ ਜੀ ਮੈਂ 2013 ਤੋਂ ਲਗਭਗ ਆਪਣੇ ਜਥੇ ਦੇ ਨਾਲ ਕੰਮ ਕਰ ਰਿਹਾ। ਵੈਸੇ ਤਾਂ ਮੈਂ ਆਪ ਜੀ ਨੂੰ ਦੱਸਿਆ ਬਚਪਨ ਤੋਂ ਹੀ ਮੈਂ ਇਸ ਲਾਈਨ ਵਿੱਚ ਆ ਗਿਆ। ਬਿਲਕੁਲ ਬਿਲਕੁਲ। ਤੇ ਬਹੁਤ ਸਾਰੇ ਛੰਦ ਜਿਹੜੇ ਰਵਾਇਤੀ ਅਸੀਂ ਯਤਨ ਕਰਦੇ ਹਾਂ, ਜਿਹੜੇ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੀਆਂ ਬੰਦਸ਼ਾਂ, ਪੁਰਾਣੀ ਸ਼ੈਲੀ ਹਾਂ, ਜਿਹੜੀ ਉਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਚੱਲਣਾ ਹੈ, ਆਪਣਾ ਫਰਜ਼ ਵੀ ਹੈ। ਉਹ ਇਸੇ ਤਰ੍ਹਾਂ 2013 ਤੋਂ ਇਸ ਕਵੀਸ਼ਰੀ ਕਲਾ ਦੇ ਵਿੱਚ ਕੰਮ ਕਰਦੇ ਹਾਂ। ਕਈ ਸੰਗਤਾਂ ਦੀ ਫਰਮਾਇਸ਼ ਦੇ ਨਾਲ ਕੁਝ ਨਵੀਨ ਤਰਜਮਾਨੀ ਕਵਿਤਾ ਦੀ, ਉਹ ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਹੈ ਕਿ ਤਰਜ ਇੱਕ ਭਾਂਡਾ ਹੈ, ਬਰਤਨ ਹੈ, ਤੇ ਬਰਤਨ ਦੇ ਵਿੱਚ ਭਾਵੇਂ ਆਪਾਂ ਜ਼ਹਿਰ ਪਾ ਲਈਏ ਤੇ ਭਾਵੇਂ ਅੰਮ੍ਰਿਤ ਪਾ ਲਈਏ। ਵਾਹ, ਕਿਆ ਇਸੇ ਤਰ੍ਹਾਂ ਤਰਜ ਇੱਕ ਬਰਤਨ ਹੈ, ਇਹਦੇ ਵਿੱਚ ਭਾਵੇਂ ਆਪਾਂ ਅਸ਼ਲੀਲਤਾ ਭਰੇ ਗੀਤ ਪਾ ਲਈਏ, ਗੰਦੇ ਗੀਤ, ਤੇ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਪਾ ਲਈਏ। ਜੇ ਉਹਦੇ ਵਿੱਚ ਗੰਦੇ ਅਸ਼ਲੀਲ ਪਾਏ ਜਾਣਗੇ ਉਹ ਆਪਣਾ ਕੰਮ ਕਰਨਗੇ, ਤੇ ਜੇ ਤਰਜ ਦੇ ਭਾਂਡੇ ਦੇ ਵਿੱਚ, ਰਾਗ ਦੇ ਭਾਂਡੇ ਦੇ ਵਿੱਚ ਪ੍ਰਭੂ ਦੀ ਕੀਰਤੀ, ਪ੍ਰਭੂ ਦੀ ਉਸਤਤੀ, ਯੋਧਿਆਂ ਦਾ, ਗੁਰੂਆਂ ਦਾ ਜਸ ਪਾ ਕੇ ਪਰੋਸਿਆ ਜਾਵੇਗਾ ਤੇ ਉਹ ਆਪਣਾ ਕੰਮ ਕਰੇਗਾ। ਬਹੁਤ ਵਧੀਆ ਸਵਾਲ ਦਾ ਜਵਾਬ ਦਿੱਤਾ ਜੀ ਆਪ ਜੀ ਨੇ। ਤਰਜ ਕਦੇ ਮਾੜੀ ਨਹੀਂ ਹੁੰਦੀ, ਬੋਲ ਮਾੜੇ ਹੁੰਦੇ ਨੇ। ਸੋ ਬੈਂਕਾ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਤੋਂ ਅੱਗੇ ਜਾ ਸਕੀਏ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।